रहमान रहीम सज्जनों ते मित्रों, लो जी फिर आ गया डॉक्टर ते चाचा। ये डॉक्टर ते चाचा ताली फिर नवीं नवीं गल्लां लैके आया, देसी पिंडां दीयां गल्लां। डॉक्टर साहब अज आपां गल करांगे बैठक ते बाबे। पिंडां दी बैठक। पिंडां दी बैठक, शहरां दी भी बैठक हुंदी सी, हुण ते शहरां 'च माहौल चेंज हो गया, टाइम नहीं हैगा बंदियां को। बैठक शहरां 'च भी हुंदी सी, बैठक ते बाबे। बैठक ते बाबे, इहदे ते जरा अज रोशनी पाओ। देखो जी, वो वक्त जिहड़ा हुंदा सी ना, वो तो बड़ा सुनहरी वक्त हुंदा सी। बाबियां दा टाइम बहुत अच्छा गुजरदा सी। ते हुण ते बाबे बेचारे रुले पे ने, बाज़ारां दे विच कल्ले ही कल्ले बैठे ने, कोई बंदा कोल बहिंदा कोई नहीं। उदों बाबे ने पटका बन्निया होना सिर ते, चिट्टा कमीज़ पाया होना, चिट्टी चादर बन्नी होनी, हुक्का धरिया होना ताज़ा, ते बाबे ने बैठक दे मोहरे बहना ठाठा मार के, ते कोल जनाब बंदे महल्ले दे आके बहने, चौधरी बाबे जिहड़े होने। ते उदों बाबियां दी क्या बात हुंदी सी, बाबे ठाठ नाल जिंदगी गुजारदे हुंदे सीगे। ते हुण ते बाबे बेचारे परेशान ही ने। हुण ते सारी जिंदगी जिहड़ा ना वालद जां बाबा उहनूं कहंदे ने, वो कमा मर जांदा, ते जदों औलाद नूं मोबाइल चलाउणा आउंदा ना, ਇਹ गूगल शूगल ते ਇਹ यूट्यूबां ते सारा कुछ, ਉਹ ਕਹਿੰਦੇ ਅੱਬਾ ਤੂੰ ਕੀ ਕੀਤਾ, ਉਹ ਅੱਬੇ ਨੇ ਹੀ ਇੱਥੇ ਤੀ ਪਹੁੰਚਾਇਆ ਹੁੰਦਾ। ਹਾਲਾਂਕਿ ਅੱਬੇ ਵਿਚਾਰੇ ਨੇ ਇੱਕ ਸੂਟ ਕੱਪੜਿਆਂ ਦਾ ਪਾ ਕੇ 5 ਸਾਲ 7 ਸਾਲ ਤੇ ਉਸ ਔਲਾਦ ਵਾਸਤੇ ਬੜੇ ਵਸਾਇਲ ਪੈਦਾ ਕੀਤੇ ਹੁੰਦੇ ਨੇ, ਜਾਇਦਾਦਾਂ ਬਣਾਈਆਂ ਹੁੰਦੀਆਂ ਨੇ, ਢੱਗਿਆਂ ਨਾਲ ਜ਼ਮੀਨਾਂ ਆਬਾਦ ਕਰਦੇ ਹੁੰਦੇ ਸੀ ਬਾਬੇ, ਸੁਹਾਗੇ ਮਾਰਨੇ, ਕਰਾਹ ਮਾਰਨੇ। ਹੁਣ ਤੇ ਬਲਡੋਜ਼ਰ ਫਿਰਨ ਰਹੇ ਨੇ ਨਾ ਜ਼ਮੀਨਾਂ ਦੇ ਟਿੱਬਿਆਂ ਦੇ ਵਿੱਚ, ਤੇ ਦਿਨਾਂ ਦੇ ਵਿੱਚ ਆਬਾਦ ਹੋ ਜਾਂਦੀ ਜ਼ਮੀਨ। ਉਦੋਂ ਅੱਲਾ ਦੇ ਬੰਦਿਆਂ ਬਾਬਿਆਂ ਨੇ ਕਰਾਹਾਂ ਦੇ ਨਾਲ ਜ਼ਮੀਨਾਂ ਆਬਾਦ ਕੀਤੀਆਂ। ਮੈਂ ਕਹਿੰਦਾ ਡਾਕਟਰ ਸਾਹਿਬ ਜਿਹੜੇ ਅੱਜ ਤੋਂ 30 ਸਾਲ 35 ਸਾਲ ਦੂਰ ਵੀ ਨਾ ਜਾਓ, ਪਹਿਲੇ ਮਰ ਗਏ ਨੇ ਨਾ, ਉਹ ਅਗਰ ਦੁਬਾਰਾ ਦੁਨੀਆ 'ਤੇ ਜ਼ਿੰਦਾ ਹੋ ਕੇ ਆ ਜਾਣ, ਤੇ ਇਹ ਜਿਹੜੀ ਰਹਿਲ ਪਹਿਲ ਆ ਦੁਨੀਆ ਨੂੰ ਵੇਖਣ, ਮੋਬਾਈਲ ਵੇਖਣ, ਉਹ ਤਾਂ ਫਿਰ ਅਟੈਕ ਹੋ ਜਾਏ। ਉਹ ਤਾਂ ਜੀ ਅਜੀਬ ਨਜ਼ਰਾਂ ਨਾਲ ਵੇਖਦੇ ਨੇ। ਹੁਣ ਦੀ ਨਸਲ ਜਿਹੜੀ ਹੈ ਨਾ, ਉਹਨੂੰ ਜਿਹੜੇ ਪੁਰਾਣੇ ਬਾਬੇ ਬਚੇ ਫਿਰਨ ਡਏ ਨੇ, ਜਿਨ੍ਹਾਂ ਨੇ ਢੱਗੇ ਵਾਏ ਨੇ, ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ, ਹੁਣ ਜਦੋਂ ਲੋਕਾਂ ਦੀ ਅਯਾਸ਼ੀ ਵੇਖਦੇ ਨੇ, ਲੋਕਾਂ ਦਾ ਖਾਣ ਪੀਣ ਵੇਖਦੇ ਨੇ, ਲੋਕਾਂ ਦਾ ਵਸਣ ਵੇਖਦੇ ਨੇ, ਜਾਨੀ ਪੱਕਿਆਂ ਮਕਾਨਾਂ ਦੇ ਵਿੱਚ ਤੇ ਕੋਠੀਆਂ ਵਿੱਚ ਤੇ ਬੰਗਲਿਆਂ ਦੇ ਵਿੱਚ ਲੋਕ ਰਹਿਣ ਡਏ ਨੇ, ਉਹ ਬਾਬਿਆਂ ਦੇ ਵਿਚਾਰਿਆਂ ਨੇ ਕੰਧ ਦੀ ਪਰਛਾਵੇਂ ਮੰਜਾ ਡਾਇਆ ਹੋਣਾ, ਤੇ ਕੱਚੇ ਕੋਠੇ ਹੋਣੇ, ਕੱਚੇ ਮਕਾਨ ਹੋਣੇ, ਉੱਤੇ ਕੱਚੀਆਂ ਛੱਤਾਂ ਹੋਣੀਆਂ, ਤੇ ਲੱਕੜਾਂ ਪਾਈਆਂ ਹੋਣੀਆਂ, ਉੱਤੇ ਕਾਨੇ ਸਿੱਟੇ ਹੋਣੇ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਕਿ ਕੱਚੇ ਘਰ ਸਨ ਤੇ ਲੋਕ ਸੱਚੇ ਸਨ, ਮਕਾਨ ਪੱਕੇ ਆ ਗਏ ਤੇ ਨਫਸਾ ਨਫਸੀ ਦੀ ਕੰਮ ਚੱਲ ਪਿਆ। ਮੈਂ ਕਿਹਾ ਬੰਦਿਆਂ ਵਿੱਚ ਮੁਨਾਫਕਤ ਅਸਲੋਂ ਨਹੀਂ ਸੀ ਹੁੰਦੀ। ਜਿਹੜੀ ਚੀਜ਼ ਤੁਹਾਡੇ ਘਰ ਦੇ ਵਿੱਚ ਮੌਜੂਦ ਆ ਨਾ, ਉਹ ਬਾਬਿਆਂ ਨੇ ਬਾਬਿਆਂ ਨੂੰ ਪੇਸ਼ ਕਰ ਦੇਣੀ। ਚਾਹ ਵਾ, ਪਾਣੀ ਆ, ਰੋਟੀ ਆ, ਦਾਲ ਪੱਕੀ ਆ, ਸਬਜ਼ੀ ਪੱਕੀ ਆ, ਗੋਸ਼ਤ ਪੱਕਿਆ। ਉਦੋਂ ਜ਼ਿਆਦਾਤਰ ਹੁੰਦੇ ਸੀ ਦੇਸੀ ਮੁਰਗਾ ਹੋਣਾ ਤੇ ਨਾਲ ਖੀਰ ਹੋਣੀ। ਸਾਨੂੰ ਬੜਾ ਯਾਦ ਆ, ਸਾਡੇ ਮਾਂ ਪਿਓ ਨੇ ਸਾਨੂੰ ਇਹ ਬੜਾ ਖਵਾਇਆ, ਦੇਸੀ ਮੁਰਗਾ ਤੇ ਖੀਰ। ਸਾਡੀ ਵਾਲਦਾ ਨੇ ਜਨਾਬ 3-4 ਦੇਸੀ ਮੁਰਗੇ ਪਕੜਨੇ, ਤੇ ਨਾਲ ਦੇਸ਼ ਕਾ ਖੀਰ ਦਾ 3 ਕਿਲੋ ਚਾਵਲਾਂ ਦਾ ਭਰ ਕੇ ਰੱਖਣਾ। ਅੱਛਾ ਡਾਕਟਰ ਸਾਹਿਬ, ਖਤਮ ਦਰੂਦ ਵੀ ਬੜਾ ਹੁੰਦਾ ਸੀ, ਖਰਾਇਤ ਬੜੀ ਹੁੰਦੀ ਸੀ, ਹੁਣ ਉਸ ਤੋਂ ਵੀ ਲੋਕ ਨੱਸ ਗਏ ਨੇ। ਦੇਖੋ ਜੀ, ਖਰਾਇਤ ਹੁਣ ਤੇ ਮਹਿੰਗਾਈ ਇਤਨੀ ਆ, ਹੁਣ ਤੇ ਖਰਾਇਤ ਕੀ, ਹੁਣ ਤੇ ਬੰਦਿਆਂ ਨੂੰ ਆਪਣੇ ਬਾਲਾਂ ਨੂੰ ਰੋਟੀ ਖਵਾਉਣੀ ਮੁਸ਼ਕਿਲ ਹੋਈ ਹੈ। ਉਸ ਵਕਤ ਜਿਹੜੀ ਖਰਾਤ ਸੀ ਨਾ, ਉਹ ਤੇ ਲੰਗਰ ਚੱਲਦਾ ਹੀ ਰਹਿੰਦਾ ਹੁੰਦਾ ਸੀਗਾ। ਸਾਨੂੰ ਯਾਦ ਹੈ ਕਿ ਅਸੀਂ ਡੇਰੇ 'ਤੇ ਬੈਠੇ ਹੁੰਦੇ ਸੀ ਨਾ, ਤੇ ਉਦੋਂ 5-10-20 ਬੰਦੇ ਕਿਸੇ ਸਾਈਡ ਤੋਂ ਆ ਜਾਣੇ ਨਾ, ਆਹ ਫਿਰਦੇ ਟੁਰਦੇ ਮਾਲਾਂ ਵਾਲੇ, ਤੇ ਮਾਈਆਂ ਪਰਵਾਹ ਨਹੀਂ ਸੀ ਕਰਦੀਆਂ, 20 ਮਿੰਟ 'ਚ ਰੋਟੀ ਪਕਾ ਕੇ ਅੱਗੇ ਬੰਦਿਆਂ। ਜਿਹੜੀ ਚੌਧਰ ਆ ਡਾਕਟਰ ਸਾਹਿਬ, ਅਗਰ ਬੁਰਾ ਨਾ ਮਹਿਸੂਸ ਕਰਨ ਮੇਰੇ ਵੀਵਰ, ਤੇ ਮੈਂ ਹਕੀਕਤ ਦੱਸਾਂਗਾ, ਜਿਹੜੀ ਚੌਧਰ ਆ ਨਾ, ਚੌਧਰੀ ਜਿਹਨੂੰ ਕਹਿੰਦੇ ਨੇ, ਜਾਂ ਬੈਠਕਦਾਰੀ, ਮੇਰੇ ਦੇਖਣ 'ਚ ਤੇ ਉਹ ਮਰਦ ਤੇ ਨਹੀਂ, ਔਰਤ ਦੇ ਸਿਰ ਤੇ ਹੁੰਦੀ ਹੈ। ਦੇਖੋ ਜੀ, ਅਗਰ ਔਰਤ ਘਰੋਂ ਪਕਾ ਕੇ ਦੇਗੀ ਤੇ ਬੰਦਾ ਬਾਹਰ ਕਿਸੇ ਨੂੰ ਖਵਾਏਗਾ ਨਾ। ਜਦੋਂ ਔਰਤ ਹੀ ਘਰੋਂ ਸਿਰ ਫੇਰ ਦੇਗੀ ਤੇ ਬੰਦੇ ਦੇ ਵਿਚਾਰੇ ਨੇ ਕਿਸੇ ਨੂੰ ਪੁੱਛਣਾ ਨਹੀਂ, ਸੁਲਾਹ ਹੀ ਨਹੀਂ ਮਾਰਨੀ, ਖਾਣੇ ਦੀ ਨਾ ਸੁਲਾਹ ਮਾਰਨੀ, ਨਾ ਚਾਹ ਦੀ ਸੁਲਾਹ ਮਾਰਨੀ। ਔਰਤ ਪਕਾ ਕੇ ਦਿੰਦੀ ਆ ਤੇ ਬੰਦੇ ਦੀ ਚੌਧਰ ਫੇਰ ਹੀ ਹੁੰਦੀ ਹੈ ਬਾਹਰ। ਬਿਲਕੁਲ ਬਿਲਕੁਲ। ਤੇ ਦੂਸਰਾ ਡਾਕਟਰ ਸਾਹਿਬ, ਅੱਜ ਕੱਲ੍ਹ ਮਸਰੂਫੀਅਤ ਇੰਨੀ ਆ ਬੰਦਿਆਂ ਨੂੰ, ਹਰ ਬੰਦਾ ਆਪਣੇ ਗਿਰੇਬਾਨ 'ਚ ਝਾਤੀ ਨਹੀਂ ਮਾਰਦਾ, ਦੂਜੇ ਦੇ ਐਵਲੇਬਲ ਟੁਰਿਆ ਆ। ਦੇਖੋ ਜੀ, ਸਭ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਡਾਂਗ ਫੇਰਨੀ ਚਾਹੀਦੀ ਹੈ ਬੰਦੇ ਨੂੰ, ਕਿ ਹਰ ਬੰਦਾ ਆਪਣੇ ਆਪਣੇ ਘਰ ਦੇ ਵਿੱਚ ਮਸਰੂਫ ਆ, ਤੇ ਆਪਣੇ ਐਬ ਹੀ ਬੰਦਾ ਖੁਦ ਤਲਾਸ਼ ਕਰੇ ਆਪਣੇ ਗਿਰੇਬਾਨ 'ਚ। ਉਹ ਸ਼ੇਖ ਸਾਦੀ रहमतुल्लाह अलैह ने फरमाया ना कि झांकने की बेहतरीन जगह अपना गिरेबान है, बिल्कुल बिल्कुल, और रहने की बेहतरीन जगह अपनी औकात है। बिल्कुल डॉक्टर साहब, अपने गिरेबान में झांकना और अपनी औकात में रहना बहुत बड़ा सरमाया है।
ਡਾਕਟਰ ਸਾਹਿਬ ਹੁਣ ਤੇ ਤੁਸੀਂ ਮਹਿਮਾਨ ਆਏ ਆ, ਕੋਈ ਅੱਧਾ ਕਿਲੋ ਗੋਸ਼ਤ ਦਾ ਛਾਪਰ ਫੜੀ ਆਉਂਦੇ ਹੋ ਤੇ ਤਾਂ ਲੋਕੀ ਨਹੀਂ ਜੀਣ ਦਿੰਦੇ, ਪਿੱਛੇ ਗੱਲਾਂ ਕਰਦੇ ਨੇ ਇਹ ਗੋਸ਼ਤ ਖਾਂਦੇ ਨੇ, ਇਹਨਾਂ ਕੋਲ ਮੱਢੀ ਆ ਗਈ, ਤੇ ਜੇ ਤੁਸੀਂ ਦਾਲ ਲਈ ਆਉਂਦੇ ਤਾਂ ਨਹੀਂ ਜੀਣ ਦਿੰਦੇ, ਕਹਿੰਦੇ ਇਹ ਦਾਲ ਪਕਾਉਂਦੇ, ਦਾਲ ਤੇ ਆ ਗਏ। ਦੇਖੋ ਜੀ ਮਹਿੰਗਾਈ ਇਤਨੀ ਹੋ ਗਈ ਹੈ ਕਿ ਬੰਦਾ ਆਲੂ ਲਾ ਲੈਂਦਾ ਨਾ ਕਿਲੋ ਇੱਕ, ਤੇ ਦੂਸਰਾ ਬੰਦਾ ਉਹਨੂੰ ਪੁੱਛਦਾ ਤੂੰ ਡਕੇਟੀਆਂ ਕਰਨਾ ਹੈ। ਉਹ 200 ਰੁਪਏ ਕਿਲੋ ਤੇ ਆਲੂ ਹੋਏ ਨੇ ਨਾ, 200 ਰੁਪਏ ਕਿਲੋ ਆਲੂ ਨੇ ਤੇ 700-800 ਮਜ਼ਦੂਰ ਦੀ ਦਿਹਾੜੀ ਹੈ। ਤੇ ਅੱਲਾ ਦੇ ਬੰਦਿਆ ਹੁਣ ਤੇ ਬੜਾ ਮੁਸ਼ਕਿਲ ਵਕਤ ਗੁਜ਼ਰਨ ਡਿਆ ਹੈ। ਹੁਣ ਤੇ ਗੋਸ਼ਤ ਤੇ ਕੀ ਆਲੂ ਲੈਣੇ ਔਖੇ ਹੋਏ ਨੇ ਲੋਕਾਂ ਨੂੰ। ਉਹ ਹੁਣ ਤੇ ਧਨੀਆ ਵਾਲਾ ਕਹਿੰਦਾ ਵੀ ਧਨੀਆ 30 ਰੁਪਏ ਤੋਂ ਘੱਟ ਨਹੀਂ ਆਉਂਦਾ। ਬਿਲਕੁਲ, ਅੱਗੇ ਸਬਜ਼ੀ ਦੇ ਨਾਲ ਧਨੀਆ, ਮਿਰਚਾਂ, ਅਦਰਕ ਇਹ ਫ੍ਰੀ ਹੁੰਦਾ ਸੀਗਾ, ਤੇ ਹੁਣ ਤੇ ਅੱਲਾ ਦੇ ਬੰਦਿਆ ਉਹ ਨਾਲ ਸਬਜ਼ੀ ਜਿੰਨੇ ਪੈਸੇ ਲੈਂਦੇ ਉਹ ਨੇ। ਡਾਕਟਰ ਸਾਹਿਬ ਅਜੇ ਕੱਲ੍ਹ ਦੀਆਂ ਗੱਲਾਂ ਨੇ, ਸਬਜ਼ੀ ਜ਼ਿਮੀਂਦਾਰ ਆਪਣੇ ਖੇਤਾਂ 'ਚੋਂ ਲੈ ਕੇ ਆਉਂਦਾ ਸੀ ਤੇ ਹਮਸਾਇਆਂ ਦੇ ਘਰਾਂ 'ਚ ਫ੍ਰੀ ਦਿੰਦਾ ਸੀ। ਬਿਲਕੁਲ ਬਿਲਕੁਲ, ਕਹਿੰਦਾ ਸੀ ਇਹ ਸਬਜ਼ੀ ਲੈ ਲਓ, ਮੇਰੇ ਸਬਜ਼ੀ ਫਾਲਤੂ ਹੋਈ। ਹਲੇ ਵੀ ਐਵੇਂ ਦੇ ਲੋਕ ਹੈ ਨੇ। ਸਾਡਾ ਇੱਕ ਮਜ਼ਾਰਾ ਹੈ, ਉਹ ਸਬਜ਼ੀ ਬੀਜਦਾ ਹੈ ਡਾਕਟਰ ਸਾਹਿਬ, ਤੇ ਉਹ ਬੋਰਾ ਭਰ ਕੇ ਸਬਜ਼ੀ ਦਾ ਆਪਣੇ ਹਮਸਾਇਆਂ ਦੇ ਘਰਾਂ ਵਿੱਚ ਦਿੰਦਾ ਹੈ। ਅੱਛਾ ਅੱਛਾ, ਨੇਕ ਬੰਦੇ ਡਾਕਟਰ ਸਾਹਿਬ ਹੈ ਤੇ ਪਾਕਿਸਤਾਨ ਕਾਇਮ ਦਇਮ ਆ ਨਾ। ਬਿਲਕੁਲ ਬਿਲਕੁਲ। ਅੱਛਾ ਸੱਜਣੋ ਤੇ ਮਿੱਤਰੋ, ਡਾਕਟਰ ਸਾਹਿਬ ਹੁਣ ਦੁਆ ਕਰਾਂਗੇ ਕਿ ਜਿਹੜੇ ਬੇਔਲਾਦ ਨੇ ਅੱਲਾਹ ਪਾਕ ਉਹਨਾਂ ਨੂੰ ਔਲਾਦੇ ਨਰੀਨਾ ਤਾ ਫਰਮਾਏ, ਜਿਹੜੇ ਬਿਮਾਰ ਨੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਤਾ ਫਰਮਾਏ। ਤੇ ਤੁਸੀਂ ਵੇਖਦੇ ਪਏ ਹੋ SAJ TV, ਡਾਕਟਰ ਤੇ ਚਾਚਾ, ਡਾਕਟਰ ਤੇ ਚਾਚਾ। ਤੁਸੀਂ ਇਹਨੂੰ ਲਾਈਕ ਵੀ ਕਰੋ ਤੇ ਕਮੈਂਟ ਵੀ ਕਰੋ। ਰੱਬ ਰਾਖਾ, ਅੱਲਾਹ ਹਾਫਿਜ਼।